अस्सलाम वालेकुम रहमतुल्लाह बरकातहू नाज़रीन ਤੁਸੀਂ ਦੇਖ ਰਹੇ ਹੋ ਹਸਤਾ ਵਸਦਾ ਪਾਕਿਸਤਾਨ ਟੀਵੀ ਇੰਟਰਨੈਸ਼ਨਲ ਤੇ ਅੱਜ ਤੁਹਾਨੂੰ ਅਸੀਂ ਮਲਾਇਸ਼ੀਆ ਲੈ ਕੇ ਜਾਵਾਂਗੇ। ਉੱਥੇ ਇੱਕ ਮੁਤਾਸਰਾ ਫੈਮਿਲੀ ਕਿ ਰਜ਼ਵਾਨ ਰਸ਼ੀਦ ਬਾਜਵਾ ਸਾਹਿਬ ਤੇ ਮਸੂਦ ਅਹਿਮਦ ਬਾਜਵਾ ਸਾਹਿਬ ਕਿ ਜਿਨ੍ਹਾਂ ਨਾਲ ਇੱਕ ਐਸਾ ਹਾਦਸਾ ਹੋਇਆ ਕਿ ਉਹਨਾਂ ਦਾ ਬੱਚਾ ਬਿਮਾਰ ਹੋਇਆ ਤੇ ਉਹਨੂੰ ਜਦੋਂ ਹਸਪਤਾਲ ਲੈ ਗਏ ਨੇ ਤੇ ਉਹਦੇ ਬਾਅਦ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਡਾਕਟਰਾਂ ਕੋਲੋਂ ਪੁੱਛਦੇ ਰਹੇ ਨੇ, ਉਹ ਮੁਖਤਲਿਫ ਡਾਕਟਰ ਬਿਆਨ ਦਿੰਦੇ ਰਹੇ ਨੇ। फिर आखिरकार पता है चलिया कोई 10-15 दिन बाद कि बच्चे की वफात हो गई सी। फिर उसके बाद जो भी सूरत हाल पैदा हुई है कि उन्होंने वफात जाते सारी कितने हो गई सी बकौल उन्होंने जो पेपर वगैरह मिले ने तो बाद जो भी सूरत हाल पैदा हुई है इन्हों दोनों भाइयों को असीं गलबात करने। एक बच्चे के वालिद साहब ने तो एक चचा ने नाल ना साढ़े इस टाइम लाइन से। अस्सलाम वालेकुम रहमतुल्लाह बरकातहू जी बाजवा साहब की हाल चाल तुहाडा? नंबर एक ते बड़ा अफसोस होया तुहाडे जो बेटे की वफात दे सुनिया सी ते इंतहाई दिल नूं दुख ते तकलीफ हुई सी ते मसूद अहमद पातशाह साहब भी जिहड़े ने वो बड़ा दुख ते तकलीफ दा इज़हार कर रहे सी इस हादसे दे उत्ते जिहड़ी वफात होई ते इह की सारा वाकया की होया सी? कोई सानूं दस सकदे हो साडे नाज़रीन नूं? जी ਅਸੀਂ ਦੱਸ ਸਕਦੇ ਹਾਂ ਜੀ। ਅਸੀਂ ਬੱਚਾ ਸਾਡਾ ਆਇਆ ਸੀ ਜੀ ਬਿਮਾਰ ਤੇ ਅਸੀਂ ਇੱਥੇ ਗਿਆ, ਸਾਡੇ ਕੋਲ ਸੰਤੋਸ਼ੇ ਕਲੀਨਿਕ ਨੇ। ਸਹੀ। ਉਹਨਾਂ ਕਿਹਾ ਜੀ ਫੌਰੀ ਇਹਨੂੰ ਹਸਪੀਟਲ ਲੈ ਜਾਓ। ਸਹੀ। ਅਸੀਂ ਜੀ ਸਲਾਈ ਗਏ ਆ, ਉਹ ਕਹਿਣ ਜੀ ਬੱਚਾ ਜੀ ਇੱਥੇ ਕਰੋਨਾ ਦਾ ਮਰੀਜ਼, ਉਹਨਾਂ ਸਾਨੂੰ ਕੋਈ 3-4 ਹਸਪਤਾਲ ਸਾਨੂੰ ਖੱਜਲ ਕਰਦੇ ਰਹੇ ਨੇ ਜੀ। ਅਸੀਂ ਕਿਹਾ ਸਾਡਾ ਮਸ਼ਹੂਰ ਬੱਚਾ ਇਹਨੂੰ ਕਿਤੋਂ ਫਿਰ ਐਡ ਤੇ ਕੇਐਲ ਅਸੀਂ ਚਲੇ ਗਏ ਐਚਕੇਆਰ ਹਸਪਤਾਲ ਕੇਐਲ। ਉੱਥੇ ਜਾ ਕੇ ਸਾਡਾ ਬੱਚਾ ਜੀ ਦਾਖਲ ਸੀ, ਉੱਥੇ ਕਰਾਇਆ ਜੀ। ਉੱਥੇ ਬੱਚਾ ਸਾਡਾ ਦਾਖਲ ਹੋ ਗਿਆ ਪਿਛਲੇ ਟਾਈਮ 5 ਵਜੇ ਅਸੀਂ ਦਾਖਲ ਕਰਾਇਆ ਤੇ ਉਹ ਅਗਲੇ ਦਿਨ ਬੱਚੇ ਦੀ 10 ਵਜੇ ਡੈਥ ਹੋ ਗਈ ਸੀ। ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ, ਸਾਨੂੰ ਕੋਈ 2 ਵਜੇ ਫੋਨ ਆਇਆ ਉਹਨਾਂ ਦਾ ਕਿ ਬੱਚੇ ਦੀ ਡੈਥ ਸੁਬਹ 10 ਵਜੇ ਹੋ ਗਈ ਸੀ। ਅੱਛਾ। ਉਹਨਾਂ ਨੇ ਕਿਹਾ ਬੱਚੇ ਤੁਹਾਡੀ ਤਬੀਅਤ ਬੜੀ ਨਾਜ਼ੁਕ ਹੈ ਤੇ ਦੁਆ ਕਰੋ। ਸਹੀ। ਉਹਨਾਂ ਨੇ ਸਾਨੂੰ ਕਾਲ ਕਰਕੇ ਕਿਹਾ। ਅੱਛਾ ਡੈਥ ਤਾਂ ਨਹੀਂ ਦੱਸਿਆ ਜੀ? ਡੈਥ ਦਾ ਨਹੀਂ ਦੱਸਿਆ ਕਿ ਬੱਚੇ ਦੀ ਤਬੀਅਤ ਨਾਜ਼ੁਕ ਹੈ ਤੇ ਤੁਸੀਂ ਦੁਆ ਕਰੋ, ਅਸੀਂ ਕੋਸ਼ਿਸ਼ ਕਰਨੇ ਜੋ ਹੋਇਆ ਫਿਰ ਅਸੀਂ ਤੁਹਾਨੂੰ ਦੱਸਾਂਗੇ ਜੀ। ਸਹੀ। ਤੇ ਉਹ ਫਿਰ ਉਹਨਾਂ ਨੇ ਉਹ ਕਾਲ ਜਿਹੜੀ ਨਾ ਅਸੀਂ ਉਹਨਾਂ ਨੂੰ ਕੀਤੀ ਹੈ ਕਾਲ ਦੁਬਾਰਾ ਡਾਕਟਰ ਨੂੰ। ਅਸੀਂ ਦੁਆ ਸ਼ੁਆ ਕਰਨ ਤੋਂ ਬਾਅਦ ਅਸੀਂ ਕਾਲ ਕੀਤੀ ਹੈ ਡਾਕਟਰ ਨਾਲ ਤੇ ਉਹਨਾਂ ਨੇ ਕਿਹਾ ਜੀ ਉਹ ਕਲੀਨਿਕ ਜਿੱਥੇ ਉਹਨਾਂ ਨੇ ਸਾਨੂੰ ਨੰਬਰ ਦੱਸੀ ਸੀ ਉਹਨਾਂ ਨੂੰ ਕਾਲ ਕੀਤਾ ਨਾ, ਬੱਚਾ ਤੁਹਾਡਾ ਜਿਹੜਾ ਠੀਕ ਹੈ ਤੇ ਤੁਸੀਂ ਪਰੇਸ਼ਾਨ ਨਾ ਹੋ, ਦੁਆ ਕਰੋ। ਹੋਰ ਵੀ ਮਰੀਜ਼ ਨੇ ਤੇ ਅਸੀਂ ਤੁਹਾਨੂੰ ਜੋ ਹੋਏਗਾ ਫਿਰ ਸੂਰਤ ਹਾਲ ਤੁਹਾਨੂੰ ਦੱਸਾਂਗੇ। ਅੱਛਾ। ਉਹ ਜੀ ਸਾਨੂੰ ਲਾਰਿਆਂ ਦੇ ਵਿੱਚ ਜੀ ਉਹਨਾਂ ਰੱਖਿਆ ਜੀ ਕਿਉਂਕਿ ਬੱਚੇ ਨੂੰ ਸਵੇਰੇ 10 ਵਜੇ ਦਾ ਫੌਤ ਹੋ ਗਿਆ ਕਾਗਜ਼ ਜਿਹੜੇ ਸਾਨੂੰ ਮਿਲੇ ਨੇ। ਅੱਛਾ ਅਗਲੇ ਦਿਨ ਹੀ ਅਸੀਂ ਫੋਨ ਕੀਤਾ ਜੀ। ਅੱਜ ਤੁਸੀਂ ਉਹਨੂੰ ਬੱਚੇ ਨੂੰ ਐਡਮਿਟ ਕਰਵਾਇਆ ਤੇ ਅਗਲੇ ਦਿਨ ਹੀ ਫੌਤ ਹੋ ਗਿਆ 10 ਵਜੇ ਤੇ ਅਗਲੇ ਦਿਨ ਕਾਗਜ਼ ਜਿਹੜੇ ਸਾਨੂੰ ਮਿਲੇ ਨੇ 28 ਨੂੰ ਕਿਹਾ ਤੇ 29 ਨੂੰ 10 ਵਜੇ ਬੱਚੇ ਦੀ ਡੈਥ ਲਿਖੀ ਹੈ ਜਿਹੜੇ ਸਾਨੂੰ ਡਾਕਟਰ ਨੂੰ ਮਿਲੇ ਸਨ। ਅੱਛਾ ਜੀ। ਤੇ ਉਹਦੇ ਬਾਅਦ ਤੁਹਾਨੂੰ ਬਾਰ-ਬਾਰ ਇਹੀ ਕਨਫਰਮ ਕਰਦੇ ਰਹੇ ਕਿ ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਹੈ ਜਾਂ ਇਹ ਸੂਰਤ ਹਾਲ ਹੈ, ਡੈਥ ਦਾ ਵਾਅਦੇ ਨਹੀਂ ਸੀ ਕਰਦੇ? ਜੀ ਜੀ ਵਾਲੇ ਅਸੀਂ 2 ਦਿਨ ਬਾਅਦ ਉੱਥੇ ਇੱਕ ਬੰਦਾ ਉਹ ਜ਼ੁਬਾਨ ਬੋਲਣ ਦਾ ਥੋੜਾ ਨਾਲ ਲੈ ਕੇ ਮੈਂ ਤੇ ਮੇਰੀ ਵਾਈਫ ਉੱਥੇ ਹਸਪੀਟਲ ਗਿਆ ਜੀ। ਸਹੀ। ਐਮਰਜੈਂਸੀ ਜਾ ਕੇ ਸੀ ਉਹ ਕੰਪਿਊਟਰ ਗਿਆ ਜੀ, ਉਹਨੇ ਕਿਹਾ ਜੀ ਐਮਰਜੈਂਸੀ ਸੇ ਨੰਬਰ ਤੁਹਾਡਾ ਬੱਚਾ ਫਲਾਨ ਕੋਈ ਰਿਕਾਰਡ ਹੁੰਦਾ ਨਾ ਉਹਨਾਂ ਕੋਲ। ਅਸੀਂ ਉੱਥੇ ਜਦੋਂ ਦਾਖਲ ਕਰਾਇਆ ਸਾਰਾ ਠੀਕ ਹੈ। ਅਸੀਂ ਉੱਥੇ ਗਏ ਜੀ ਐਮਰਜੈਂਸੀ ਦੇ ਬੂਹੇ ਅੱਗੇ ਖਲੋਤੇ ਰਹੇ ਆ। ਅਸੀਂ ਕਿਹਾ ਸਾਨੂੰ ਮਿਹਰਬਾਨੀ ਮਾਂ ਕਹਿੰਦੇ ਜੀ ਉਹ ਬੰਦਾ ਇੱਕ ਵਾਰੀ ਬੱਚੇ ਦੀ ਝਲਕੀ ਦਿਖਾ ਦਿਓ, ਮਾਂ ਹੈ ਜੀ ਐਮਰਜੈਂਸੀ ਹੈ ਜੀ ਇੱਥੇ ਨਹੀਂ ਮਿਲਣ ਦੀ ਇਜਾਜ਼ਤ ਹੀ ਨਹੀਂ ਜੀ। ਅਸੀਂ 2 ਘੰਟੇ ਉੱਥੇ ਖੱਜਲ ਹੁੰਦੇ ਰਹੇ। ਬੰਦਾ ਕਿਹਾ ਜੀ ਨਹੀਂ ਅੱਛਾ ਨਹੀਂ ਮਿਲਣ, ਚਲੋ ਕੋਈ ਨਹੀਂ ਤੁਹਾਡਾ ਫੋਨ ਤੇ ਰਾਬਤਾ ਹੋਣ ਰਿਹਾ ਤੇ ਆਜੋ ਤੁਸੀਂ ਘਰ। ਤੇ ਅਸੀਂ ਘਰ ਆ ਗਏ ਹਾਂ। ਉਸ ਵੇਲੇ ਸਾਡਾ ਫੋਨ ਤੇ ਜੀ ਠੀਕ ਹੈ ਜੀ ਇੰਝ ਹੋ ਗਿਆ ਤੇ ਕਦੀ ਇੰਝ ਹੋ ਗਿਆ, ਸਾਨੂੰ ਸਿੱਧੀ ਗੱਲ ਉਹਨਾਂ ਨੇ ਦੱਸੀ ਨਹੀਂ ਸਾਨੂੰ। ਉਹ ਵਿਚਾਰੇ ਕੀ ਸਾਡੇ ਕੋਲ ਨਾ ਲੈਣਾ ਸੀ। ਸਹੀ। ਫਿਰ ਅਸੀਂ ਗਏ ਆ ਜੀ ਤੇ 3-4 ਦਿਨ ਬਾਅਦ ਫਿਰ ਉੱਥੇ ਗੱਡੀ ਤੇ ਫਿਰ ਉਹਨਾਂ ਸਾਡਾ ਇਹ ਕਿਹਾ ਜੀ ਨਹੀਂ ਜੀ ਉਹ ਮਿਲਣ ਇਜਾਜ਼ਤ ਨਹੀਂ, ਕਰੋਨਾ ਮਰੀਜ਼ ਇਹ ਉਹ ਇੰਝ ਕਰਦੇ ਰਹੇ ਨੇ, ਸਾਨੂੰ ਧਮਕਾਉਂਦੇ ਰਹੇ ਨੇ। ਅੱਛਾ। ਫਿਰ ਅਸੀਂ ਘਰ ਆ ਗਏ ਲੇਕਿਨ ਜੋ ਹੋਏਗਾ ਫੋਨ ਤੇ ਕਰਦੇ ਰਹੇ ਆ ਜੀ ਇੰਝ ਕਦੀ ਹੋ ਗਿਆ ਜੀ ਕਦੀ ਇੰਝ। ਫਿਰ ਸਾਨੂੰ ਕੁਝ 6 ਦਿਨ ਬਾਅਦ ਕਈ ਬੱਚੇ ਨੂੰ ਹੋ ਗਈ ਉਹ ਪੈਸਾ ਸਾਈ ਹੁੰਦੀ ਜਿਹਦੇ ਹੱਥ ਪੈਰ ਡਿੰਗੇ ਹੋ ਜਾਂਦੇ ਨੇ ਜੀ। ਅੱਛਾ। ਉਹ ਬੱਚੇ ਤੁਹਾਡੇ ਨੂੰ ਹੋ ਗਿਆ, ਦੁਆ ਕਰੋ। ਕੁਝ 6 ਮਹੀਨੇ ਨੂੰ ਬੋਲਦਾ ਜਦੋਂ ਵੀ ਚੱਲ ਸਕਦਾ ਜਾਂ ਜੋ ਵੀ ਹੋ ਸਕਦਾ। ਅੱਛਾ ਉਹ ਫੌਤ ਹੋ ਗਿਆ ਤੇ 6 ਦਿਨ ਬਾਅਦ ਤੁਹਾਨੂੰ ਫਿਰ ਵੀ ਕਨਫਰਮ ਕਰੀ ਜਾ ਰਹੇ ਨੇ ਉਹਦੀ ਤਬੀਅਤ ਐਸਾ ਹੈ ਉਹਦੀ ਤਬੀਅਤ ਐਸਾ ਹੈ। ਗੱਲ ਨਹੀਂ ਜੀ ਜੀ ਸਾਨੂੰ ਬਸ ਐਸੇ ਹੀ ਫੋਨ ਤੇ ਇਹ ਹੋ ਗਿਆ ਠੀਕ ਹੋ ਗਿਆ। ਉਹ ਫਿਰ ਸਾਨੂੰ ਅਸੀਂ ਪੁੱਛਿਆ 6-7-8-9 ਦਿਨ ਹੋ ਗਏ ਸੀ ਤੁਹਾਨੂੰ। ਉਹ ਅਸੀਂ ਕਿਉਂਕਿ ਉੱਥੇ ਜਾਂਦੇ ਹਾਂ ਬਹੁਤ ਸਫ਼ਰ ਇੱਥੋਂ ਉਹ ਖੱਜਲ ਹੋ ਗਏ। ਫਿਰ ਕਿਹਾ ਚਲੋ ਫੋਨ ਤੇ ਜੋ ਰਾਬਤਾ ਹੋ ਰਿਹਾ ਚਲੋ ਠੀਕ ਹੋ ਅਸੀਂ ਉਹਨਾਂ ਨਾਲ ਕਰ ਲੈਣੇ ਆ। ਪਰ ਉਹ ਸਾਨੂੰ ਉਹਨਾਂ ਸਿੱਧੀ ਫਿਰ ਅਸੀਂ ਦੱਸਿਆ ਉਹਨੇ ਕਈ ਜੁਮੇ ਦੇ ਮੈਂ ਕਾਲ ਕੀਤੇ ਨੇ ਕਈ ਬੱਚਾ ਤੁਹਾਡਾ ਸੀ ਨਾ ਵਾਰਸਿਸ ਕਰ ਦਿੱਤਾ
ਅਸੀਂ ਪੁੱਛਿਆ ਜੀ ਕਿਹੜੀ ਵਾਰਡ 'ਚ ਜੀ, ਉਹ ਸਾਨੂੰ ਕੁਛ ਸਿੱਧੀ ਗੱਲ ਨਾਲ ਫਿਰ ਸਾਨੂੰ ਬੜਾ ਥਪੜੀ ਪੈ ਗਈ। ਅੱਛਾ ਨਾਸਰ ਚੱਠਾ ਸਾਹਿਬ ਨੇ ਤੇ ਉਹਨਾਂ ਨੂੰ ਮੈਂ ਨਾਲ ਲੈ ਕੇ ਉੱਥੇ ਗਿਆ। ਉੱਥੇ ਜਾ ਕੇ ਵੇਖਿਆ ਕਿਹਾ ਉਹਨਾਂ ਨੇ ਕਿਹਾ ਉੱਧਰ ਵੇਖੋ, ਉੱਧਰ ਗਿਆ ਤਾਂ ਕਦੀ ਇੱਧਰ ਭਜਾਣ ਕੇ ਦਿਓ ਜੀ, ਕਹਿਣ ਜੀ ਬੱਚੇ ਤੁਹਾਡੇ ਦਾ ਸਾਡੇ ਕੋਲ ਰਿਕਾਰਡ ਹੀ ਨਹੀਂ ਆਇਆ ਜੀ। ਅੱਛਾ, ਫਿਰ ਬਿਲਕੁਲ ਪਹਿਲੇ ਇਤਲਾਵਾਂ ਦੇਣ ਦੇ ਸੀ ਗਲਤ ਜਿਹੜੀਆਂ ਨੇ ਇਹ, ਹਾਲਾਂਕਿ ਬੱਚੇ ਡੈਥ ਹੋ ਗਈ ਸੀ, ਫਿਰ ਉਹਦੇ ਬਾਅਦ ਇਹ ਕਹਿਤਾ ਕਿ ਉਹਨਾਂ ਕਿਹਾ ਜੀ ਸਾਡੇ ਕੋਲ ਤੁਹਾਡੇ ਬੱਚੇ ਦਾ ਰਿਕਾਰਡ ਨਹੀਂ ਹੈ। ਸਹੀ, ਠੀਕ ਹੈ ਜੀ। ਅਸੀਂ ਸਵੇਰ 8 ਵਜੇ ਤੇ ਗਏ ਉੱਥੇ, ਸਮਝ ਲਓ ਕਿ 12-2 ਵਜੇ ਤੱਕ ਉਹ ਹਸਪਤਾਲ ਸਾਡੀਆਂ ਜੁੱਤੀਆਂ ਟੁੱਟ ਗਈਆਂ ਜੀ, ਇੰਨਾ ਕੁ ਅਸੀਂ ਪ੍ਰਦੇਸ਼ 'ਚ ਖੱਜਲ ਹੋਇਆ ਕਿ ਅੱਲਾਹ ਤਾਲਾ ਕਿਸੇ ਤੇ ਇਹੋ ਜਿਹਾ ਵਕਤ ਨਾ ਲਿਆ ਜੀ ਸਾਡੇ ਤੇ ਵਕਤ ਰਿਹਾ ਜੀ। ਅੱਛਾ, ਬਹੁਤ ਸਾਡੇ ਦਾ ਨਾ ਜ਼ੁਲਮ, ਬੱਚਾ ਚਿਹਰਾ ਮਾਸੂਮ ਬੱਚਾ ਸੀ ਨਾ, ਉਹ ਬੋਲਦਾ ਨਹੀਂ ਸੀ ਬੱਚਾ। ਸਹੀ, ਤੇ ਬਹੁਤ ਨਾ ਜ਼ੁਲਮ ਕੀਤਾ ਜੀ ਸਾਡੇ ਨਾਲ। ਅੱਲਾਹ ਤਾਲਾ ਭੱਜ ਕੇ ਕਦੀ ਇੱਧਰ ਨੂੰ ਭਜਾਦਾ ਕਦੀ ਇੱਧਰ ਨੂੰ ਭਜਾਦਾ, ਉਹਨਾਂ ਸਾਨੂੰ ਬਹੁਤ ਖੱਜਲ ਕੀਤਾ। ਉੱਥੇ ਕੁਛ ਔਰਤਾਂ ਨੇ ਪੁੱਛਿਆ ਕੀ ਮਸਲਾ, ਫਿਰ ਉਹ ਅੰਦਰ ਜਾ ਕੇ ਇੰਗਲਿਸ਼ ਬੜਾ ਨਾਲ ਪਿੱਟੀਆਂ ਬੜਾ ਅਸੀਂ ਰੋਲਾ ਰੱਪੜ ਪਾਇਆ ਜਾ। ਫਿਰ ਉਹਨਾਂ ਕਿਹਾ ਜੀ ਬੱਚੇ ਦੀ ਇਸ ਤਰ੍ਹਾਂ ਪਿੱਛੇ ਚਲੇ ਜਾਓ ਸਾਡੇ ਕਲੀਨਿਕ, ਉੱਥੋਂ ਪਤਾ ਲੱਗਾ ਵੀ ਬੱਚੇ ਦੀ ਡੈਥ ਹੋ ਗਈ। ਉਹ ਫਿਰ ਅਸੀਂ ਜਿੱਥੇ ਉਹਨਾਂ ਕਿਤੇ ਰੱਖਿਆ ਸੀ ਉੱਥੇ ਜਾ ਕੇ ਪਤਾ ਕਿਹੜਾ, ਉੱਥੇ 29 ਤਰੀਕ ਨੂੰ ਬੱਚਾ ਕਾਲਾ ਸਿਆਹ ਹੋ ਗਿਆ। 14-15 ਦਿਨ ਬਾਅਦ ਅਸੀਂ ਨਾ ਜਾਂਦੇ, ਸਾਨੂੰ ਤੇ ਲਾਸ਼ ਵੀ ਨਹੀਂ ਸਨ ਦੇ ਰਹੇ ਜੀ। ਅੱਛਾ, ਸਾਡੇ ਤਾਂ ਬਹੁਤ ਜ਼ੁਲਮ ਹੋ ਰਿਹਾ ਬੱਚੇ ਨੇ, ਸਾਨੂੰ ਤੇ ਲਾਸ਼ ਵੀ ਦਿਖਾਣ ਦੇ ਸਨ ਬੱਚੇ ਦੀ। ਅੱਛਾ ਜੀ ਨਹੀਂ, ਅੱਜ ਦਾ ਬਹੁਤ ਜ਼ੁਲਮ ਹੋਇਆ ਜੀ। ਮੈਂ ਸਿਰਫ ਅੱਜ ਦਾ ਮੇਰਾ ਪ੍ਰੋਗਰਾਮ ਕਰਨ ਦਾ ਵੀ ਇਹ ਮਕਸਦ ਸੀ, ਮੈਨੂੰ ਉਦੋਂ ਪਤਾ ਚੱਲਿਆ ਜਦੋਂ ਵਫਾਤ ਹੋਈ ਹੈ ਬੱਚੇ ਦੀ, ਅੰਤਹਾਈ ਦੁੱਖ ਤੇ ਤਕਲੀਫ ਹੋਈ ਸੀ। ਮਸੂਦ ਅਹਿਮਦ ਪਾਸ਼ਾ ਸਾਹਿਬ ਵੀ ਬੜਾ ਅੱਛੇ ਦਾ ਸਹਾਰ ਕਰ ਰਹੇ ਸੀ, ਬਹੁਤ ਤਕਲੀਫ था। ਹੋਰ ਵੀ ਬਹੁਤ ਸਾਰੇ ਸਾਡੇ ਮਲਾਇਸ਼ੀਆ ਦੇ ਦੋਸਤਾਂ ਨਾਲ ਰਾਬਤਾ ਹੁੰਦਾ ਵੇ, ਬਲਕਿ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ, ਤੇ ਕੋਈ ਨਾ ਕੋਈ ਮੀਡੀਆ ਦੇ ਵਿੱਚ ਕੋਈ ਨਾ ਕੋਈ ਖਬਰ ਐਸੀ ਹੋਏ ਤੇ ਸਾਡਾ ਰਾਬਤਾ ਹੁੰਦਾ ਹੈ, ਲੋਕ ਖੁਦ ਵੀ ਰਾਬਤਾ ਕਰਦੇ ਨੇ। ਤੇ ਬੜੀ ਦੁੱਖ ਤੇ ਤਕਲੀਫ ਹੋਈ ਸੀ, ਤੇ ਅੱਜ ਸਾਰੀ ਹਕੀਕਤ ਤੋਂ ਤੁਹਾਡੇ ਕੋਲ ਪਤਾ ਚੱਲਿਆ ਕਿ ਉਹਦੀ ਵਫਾਤ ਜਾਂਦੇ ਅਸਾਰ ਹੋ ਗਏ ਸੀ। ਉਹਦੇ ਬਾਅਦ ਤਸੱਲੀਆਂ ਦਿੰਦੇ ਰਹੇ ਨੇ। ਉਹਦੇ ਬਾਅਦ ਇੱਕ ਵਕਤ ਐਸਾ ਆਇਆ ਵੀ 10-15 ਦਿਨ ਦੇ ਬਾਅਦ ਕਿ ਉਹਨਾਂ ਕਿਹਾ ਜੀ ਇਹ ਇਸ ਨਾਮ ਦਾ ਮਰੀਜ਼ ਇੱਥੇ ਦਾਖਲ ਹੀ ਨਹੀਂ ਹੋਇਆ। ਇਹ ਮੈਂ ਸਿਰਫ ਐਸਾ ਜਿਹਾ ਤੋਂ ਕਿ ਸਾਡੇ ਜਿਹੜੇ ਰਿਕਾਰਡ ਹੀ ਕੋਈ ਨਹੀਂ ਹੈਗਾ, ਕਿ ਸਾਡੇ ਜਿਹੜੇ ਲੋਕੀ ਉਹਨਾਂ ਨੂੰ ਪਤਾ ਚੱਲੇ ਕਿ ਮਲਾਇਸ਼ੀਆ ਦੇ ਵਿੱਚ ਕੀ ਸੂਰਤ ਹਾਲ ਹੈ, ਕਿਸ ਭਾਵ ਵੇਖਦੀ ਪਈ ਹੈ ਸਾਡੇ ਓਵਰਸੀਜ਼ ਪਾਕਿਸਤਾਨੀਆਂ ਨਾਲ। ਤੇ ਜਿਹੜੇ ਕੋਈ ਐਸੇ ਅਦਾਰੇ ਹਨ ਜਿਹੜੇ ਇਹਨਾਂ ਦੀ ਹੈਲਪ ਕਰ ਸਕਦੇ, ਉਹਨਾਂ ਨੂੰ ਹੈਲਪ ਵੀ ਕਰਨੀ ਚਾਹੀਦੀ ਹੈਗੀ ਹੈ ਨਾ, ਕਿ ਕੋਈ ਕਾਨੂੰਨ ਸਾਜ਼ੀ ਹੋਣੀ ਚਾਹੀਦੀ ਹੈ, ਕੋਈ ਐਸੀ ਤਨਜ਼ੀਮ ਬਣਨੀ ਚਾਹੀਦੀ ਹੈ। ਦੇਖੋ ਜਿੱਥੇ ਕੋਈ ਮਤਲਬ ਲੋਕਲ ਮਰੀਜ਼ਾਂ ਨੂੰ ਜਾਂ ਕੋਈ ਸੋਸ਼ਲ ਵਰਕਰ ਐਸੇ ਹੋਣੇ ਚਾਹੀਦੇ ਨੇ ਕਿ ਜਿਹੜੇ ਇਹੋ ਜਿਹੇ ਕੇਸਾਂ ਦੀ ਦੇਖਭਾਲ ਕਰਨ, ਤੇ ਆਇੰਦਾ ਕੋਈ ਐਸਾ ਦਾ ਕਿਸੇ ਦਾ ਨੁਕਸਾਨ ਨਾ ਹੋਏ ਜਿਹੜਾ ਤੁਹਾਡਾ ਇੰਨਾ ਵੱਡਾ ਨੁਕਸਾਨ ਹੋ ਗਿਆ ਨਾ। ਤੇ ਬਹੁਤ ਜ਼ਿਆਦਾ ਸਾਡਾ ਤਾਂ ਬਹੁਤ ਵੱਡਾ ਝਟਕਾ ਭਾਈ ਸੀ ਉਹ ਸਾਡਾ। 5 ਮਹੀਨੇ ਪਹਿਲਾਂ ਸਾਡਾ ਭਾਈ ਇੱਥੇ ਹੀ ਐਸਾ ਇਲਾਜ ਦੀ ਵਜ੍ਹਾ ਤੇ ਜਰਾ ਦੁਨੀਆ ਤੋਂ ਰੁਖਸਤ ਹੋ ਗਿਆ। ਅੱਛਾ, ਭਾਈ ਨਾਲ ਵੀ ਇਹ ਵਾਕਿਆ ਹੈ? ਭਾਈ ਨਾਲ ਵੀ ਵਾਕਿਆ? ਉਹ ਭਾਈ ਤੇ ਜਰਾ ਬਿਮਾਰ ਹੋਇਆ ਕਿਉਂਕਿ ਹਸਪਤਾਲ ਉਹਦੀ ਟ੍ਰੀਟਮੈਂਟ ਅੱਛੀ ਨਹੀਂ ਮਿਲਣੀ, ਇੱਥੇ ਬੱਚਿਆਂ ਨੂੰ ਕੋਈ ਇਲਾਜ ਨਹੀਂ ਸਾਨੂੰ ਲੋਕਾਂ ਨੂੰ ਮਿਲਣਾ। ਅੱਛਾ, ਇਸੇ ਲੋਕ ਫਿਰ ਤੇ ਉਹਦੇ ਬਾਅਦ ਕੱਲ ਮੇਰੀ ਇੱਕ ਦੋਸਤ ਨਾਲ ਗੱਲ ਹੋਣ ਡਈ ਸੀ, ਤੇ ਉਹ ਦੱਸਦੇ ਸੀ ਕਿ ਇਲਾਜ ਹੁੰਦਾ ਵੀ ਹੈ ਤੇ ਬਹੁਤ ਜ਼ਿਆਦਾ ਸਾਡੇ ਲੋਕਾਂ ਦੀ ਕੇਅਰ ਨਹੀਂ ਨਾ ਹੁੰਦੀ। ਸਾਡੇ ਪਤਾ ਉਹ ਬੰਦਾ ਦਾਖਲ ਕਰ ਛੜਿਆ ਪਿਆ ਠੀਕ ਹੈ, ਬਚ ਗਿਆ, ਆਪਣੇ ਬੰਦੇ ਲੱਗੇ ਰਹਿੰਦੇ ਨੇ, ਕੋਈ ਠੀਕ ਹੈ ਕੋਈ ਵੇਖਿਆ ਬਚ ਗਿਆ ਠੀਕ ਹੈ, ਕਿਹੜਾ ਕੋਈ ਨੇ ਪੁੱਛਣਾ ਜੀ ਇੱਥੇ। ਅੱਲਾਹ ਤਾਲਾ ਰਹਿਮ ਕਰੇ, ਅੱਲਾਹ ਤਾਲਾ ਸਭ ਦੇ ਉੱਤੇ ਰਹਿਮ ਕਰੇ। ਤੇ ਇਹਦੇ ਕੋਈ ਚੱਚਾ ਵਗੈਰਾ ਕੋਈ ਕਹਿਣਾ ਚਾਹੁੰਦੇ ਨੇ ਇਸ ਕੇਸ ਦੇ ਬਾਰੇ ਦੇ ਵਿੱਚ? ਚੱਚਾ ਵੀ ਲਾਈਨ ਤੇ ਹੈਗੇ ਨੇ ਜੀ, ਪੁੱਛ ਲਓ ਜੀ ਉਹਨਾਂ ਨੂੰ, ਪੁੱਛੋ ਅਜ਼ਵਾਨ ਬਾਜਾ ਰਸ਼ੀਦ ਬਾਸਾ, ਠੀਕ ਹੈ ਉਹਨਾਂ ਨੂੰ ਗੱਲ ਕਰ। ਹਾਂਜੀ, ਵਾਲੇਕੁਮ ਸਲਾਮ ਸਰ, ਕੀ ਹਾਲ ਜੇ? ਮੈਂ ਕਿਹਾ ਤੁਸੀਂ ਇਸ ਕੇਸ ਦੇ ਬਾਰੇ ਕੋਈ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਅੱਖੀਂ ਦੇਖੀ ਜੋ ਵਾਕਿਆ ਹੋਇਆ ਜਾਂ ਜੋ ਸੂਰਤ ਹਾਲ ਹੈ? ਜੀ ਮੈਂ ਬਿਆਨ ਕਰਨਾ ਚਾਹੁੰਦਾ ਵਾਂ। ਸਭ ਤੋਂ ਪਹਿਲੇ ਨੰਬਰ ਤੇ ਜੀ ਸਭ ਦੋਸਤਾਂ ਨੂੰ ਮੇਰੀ ਤਰਫੋਂ ਸਲਾਮ ਜੀ। ਵਾਲੇਕੁਮ ਸਲਾਮ। ਦੂਸਰੇ ਨੰਬਰ ਤੇ ਜੀ 5 ਮਾਹ ਪਹਿਲੇ 22 ਫਰਵਰੀ 2021 ਮੇਰੇ ਵੱਡੇ ਭਾਈ ਦੀ ਡੈਥ ਹੋਈ ਹੈ। 3 ਦਿਨ ਹਸਪੀਟਲ, ਅੱਛਾ ਟ੍ਰੀਟਮੈਂਟ ਨਾ ਮਿਲਣ ਦੀ ਵਜ੍ਹਾ ਤੋਂ। ਅੱਛਾ, 5 ਮਾਹ ਪੂਰੇ ਵੀ ਨਹੀਂ ਗੁਜ਼ਰੇ ਤੇ ਉਸ ਤੋਂ ਬਾਅਦ ਮੇਰੇ ਭਤੀਜੇ ਨਾਲ ਬਹੁਤ ਜ਼ਿਆਦਤੀ ਹੋਈ ਹੈ। 28 ਤਰੀਕ ਨੂੰ ਹਸਪੀਟਲ ਲੈ ਕੇ ਗਏ ਨੇ, 29 ਨੂੰ ਉਹਦੀ ਸਵੇਰ 10 ਵਜੇ ਡੈਥ ਹੋਈ ਹੈ। ਡੈਥ ਸਾਡੇ ਤੋਂ ਛੁਪਾਈ ਗਈ ਹੈ। ਅੱਛਾ, ਸਾਡੇ ਤੇ ਜ਼ੁਲਮ ਕੀਤਾ ਗਿਆ। 3-4 ਦਫਾ ਮੇਰੇ ਵੱਡੇ ਭਾਈ, ਮੇਰੇ ਵੱਡੇ ਭਾਬੀ ਉੱਥੇ ਹਸਪੀਟਲ ਗਏ ਨੇ, ਲੇਕਿਨ ਕਿਸੇ ਕਿਸਮ ਦੀ ਇਹਨਾਂ ਨੇ ਹਸਪੀਟਲ ਦੇ ਅਮਲੇ ਨੇ ਸਾਡੇ ਨਾਲ ਕਿਸੇ ਕਿਸਮ ਦਾ ਤਾਵਨ ਨਹੀਂ ਕੀਤਾ। ਸਹੀ, ਸਾਡੇ ਜਿਹੜੇ ਡੈਥ ਛਪਾਉਂਦੇ ਰਹੇ ਨੇ ਸਾਡੇ ਨਾਲ ਸਰਾਸਰ ਝੂਠ ਬੋਲਦੇ ਰਹੇ ਨੇ। ਨਹੀਂ, ਇਹ ਡੈਥ ਛਪਾਉਣ ਦੀ ਵਜ੍ਹਾ ਕੀ ਹੋਏਗੀ? ਇੱਕ ਤੇ ਡੈਥ ਛਪਾਉਂਦੇ ਰਹੇ ਨੇ, ਫਿਰ ਉਹਨਾਂ ਕਹਿਤਾ ਜੀ ਇੱਥੇ ਮਰੀਜ਼ ਇਸ ਨਾਮ ਦਾ ਹੈ ਨਹੀਂ ਹੈਗਾ। ਇਹਦੇ ਪਿੱਛੇ ਕੀ, ਇਹਦੇ ਬੈਕਗ੍ਰਾਉਂਡ ਦੇ ਕੀ ਮਾਮਲੇ ਚੱਲ ਰਹੇ ਸੀ? ਕੀ ਵਜ੍ਹਾ ਕੀ ਸੀ, ਕੋਈ ਪਤਾ ਚੱਲੇ? ਜੀ
ਸਾਨੂੰ ਤੇ ਪਤਾ ਕੋਈ ਨਹੀਂ ਉਹਨਾਂ ਦਾ ਕੀ ਪ੍ਰੋਟੋਕੋਲ ਚੱਲਦਾ ਸੀ ਪਿਆ, ਕਿਉਂ ਇਹ ਸਾਡੇ ਤੋਂ ਬੱਚੇ ਦੀ ਡੈਥ ਛੁਪਾ ਰਹੇ ਸਨ। ਤੇ ਲਿਹਾਜ਼ਾ ਸਾਡੇ ਇਲਮ ਚ ਨਹੀਂ, ਅਸੀਂ ਉੱਥੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਵੱਡੇ ਭਾਈ ਵਾਲਿਆਂ ਨੇ, ਤੇ ਲੇਕਿਨ ਉਹਨਾਂ ਫੇਰ ਵੀ ਝੂਠ ਬੋਲਿਆ ਜੀ, ਨਹੀਂ ਜੀ ਬੱਚੇ ਦੀ ਹਾਲਤ ਇੰਝ ਸੀ, ਨਹੀਂ ਤੁਹਾਨੂੰ ਦੱਸ ਸਕੇ, ਕੁਛ ਦੱਸਦੇ ਰਹੇ ਆ, ਕੋਈ ਤੁਹਾਨੂੰ ਦੱਸਿਆ ਸੀ ਤਬੀਅਤ ਨਹੀਂ ਠੀਕ। ਇਸ ਤਰ੍ਹਾਂ ਬਸ ਉੱਤੇ ਦੀ ਗੱਲ ਥੱਲੇ, ਥੱਲੇ ਦੀ ਗੱਲ ਉੱਤੇ ਝੂਠ ਬੋਲਦੇ ਰਹੇ ਨੇ। ਅੱਛਾ, ਇਹ ਪਾਕਿਸਤਾਨ ਲੋਕ ਨੇ, ਇਹਨਾਂ ਇੱਥੇ ਕੀ ਕਰ ਲੈਣਾ, ਇਹਨਾਂ ਦੀ ਕਿਹੜਾ ਇੱਥੇ ਕੋਈ ਸੁਣਾਈ ਹੋਣੀ ਹੈ, ਅਸੀਂ ਜੋ ਮਰਜ਼ੀ ਕਰ ਲਈਏ, ਤੇ ਇੱਥੇ ਕਿਹੜਾ ਕੋਈ ਪੁੱਛ ਗਿੱਛ ਨਾ ਕਰ ਦੇਣੀ, ਬਸ ਅਸਲ ਵਜ੍ਹਾ ਇਹ ਵੇ। ਅੱਛਾ ਜੀ ਜੀ, ਚਲੋ। ਤੇ ਬੱਚਿਆਂ ਬਰਾਬਰ ਮੇਰੇ ਬਹੁਤ ਮੈਨੂੰ ਤਕਲੀਫ ਹੈ, ਸਬਰ ਨਹੀਂ ਆ ਰਿਹਾ। ਨਹੀਂ, ਮੈਂ ਹੁਣੇ ਥੋੜੇ ਦਿਨ ਪਹਿਲੇ ਉਹ ਬੱਚੇ ਦੀ ਵਾਲਦਾ ਨਾਲ ਵੀ ਗੱਲ ਕਰਨਾ ਚਾਹਿਆ ਨਾ, ਤੇ ਉਹ ਪਤਾ ਚੱਲਿਆ ਕਿ ਉਹਨਾਂ ਦੀ ਤਬੀਅਤ ਹਜੇ ਵੀ ਨਾਸਾਜ਼ ਹੈ, ਉਹ ਸਦਮੇ ਦੀ ਵਜ੍ਹਾ ਤੋਂ ਉਹ ਹਜੇ ਵੀ ਮੈਂ ਉਧਰ ਜਾਣਾ ਵਾ, ਦਿਨ ਦੇ ਵਿੱਚ 1-2 ਵਾਰੀ ਚੱਕਰ ਲਗਾਉਣਾ, ਉਹਨਾਂ ਨੂੰ ਹੌਸਲਾ ਦੇਣਾ, ਸਬਰ ਦੇਣਾ। ਦੇਖੋ ਜੀ, ਮੈਂ ਉਹਦਾ ਚਾਚੂ ਨੂੰ ਨਹੀਂ ਸਬਰ ਆ ਰਿਹਾ, ਤਾਂ ਉਹਦੇ ਫੇਰ ਵੀ ਵਾਲਦਾ ਮਾਂ, ਸਹੀ ਗੱਲ ਹੈ। ਤੇ ਉਹ ਹੁਣ ਵੀ ਪਤਾ ਚੱਲਿਆ ਸੀ ਕਿ ਉਹਨਾਂ ਦੀ ਤਬੀਅਤ ਹੀ ਨਹੀਂ ਐਸੀ ਕਿ ਵਿਚਾਰੇ ਗੱਲ ਕਰ ਸਕਣ। ਤੇ ਉਹਦਾ ਗਲੇ ਨਹੀਂ ਇੰਨਾ ਸਾਥ ਦੇ ਰਿਹਾ ਕਿ ਕਿਸੇ ਨਾਲ ਗੱਲ ਕਰ ਲੈਣ। ਸਹੀ, ਠੀਕ ਹੈ ਜੀ। ਉਹ ਅੱਲਾਹ ਪਾਕ ਸਬਰ ਦੇ, ਵੱਡੀਆਂ ਭੈਣਾਂ ਬਜਾਏ ਸਾਡੇ ਫੁੱਫੜ ਦੇ ਬੇਟੀ ਉਹ। ਅੱਛਾ, ਅੱਲਾਹ ਪਾਕ ਇਹਨਾਂ ਨੂੰ ਦੋਵੇਂ ਧੀਆਂ ਨੂੰ ਸਬਰ ਦੇ, ਸਾਨੂੰ ਵੀ ਸਬਰ ਦੇ। ਬੜਾ ਸਦਕਾ ਤੇ ਬੜੀ ਤਕਲੀਫ ਹੈ ਜੀ ਸਾਡੇ ਵਾਸਤੇ। 5 ਮਹੀਨੇ ਦੇ ਵਿੱਚ ਉਹ ਆਪਣੀਆਂ ਜਾਨਾਂ ਗਵਾ ਬੈਠੇ। ਅੱਛਾ, 2 ਜਾਨਾਂ। ਇੱਥੇ ਬਹੁਤ ਸਾਰੇ ਮੁਖਤਲਿਫ ਕੇਸਿਸ ਆਏ ਨੇ ਪਿਛਲੇ ਦਿਨਾਂ 'ਚ, ਸਾਡੇ ਕੋਲੋਂ ਵੀ ਚੰਦ ਕੇਸਿਸ ਆਏ ਨੇ, ਜਿਹੜਾ ਅਸੀਂ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਥਰੂ ਜੈਸਾ ਵੀ ਉਹਨਾਂ ਦੇ ਨਾਲ ਪ੍ਰੋਗਰਾਮ ਵੀ ਕੀਤੇ ਨੇ। ਤੇ ਆਇੰਦਾ ਵੀ ਸਾਡੀ ਤੇ ਇਹੀ ਦਰਖਾਸਤ ਹੈ ਕਿ ਮਲਾਇਸ਼ੀਆ ਦੇ ਵਿੱਚ ਸਾਡੇ ਰਹਿਣ ਵਾਲੇ ਸਾਡੇ ਦੋਸਤ ਨੇ, ਸਾਡੇ ਭਾਈ ਨੇ, ਤੇ ਉਹ ਸਾਡੇ ਚੈਨਲ ਨੂੰ ਕਾਫੀ ਸਪੋਰਟ ਵੀ ਕਰਦੇ ਨੇ। ਤੇ ਅਸੀਂ ਇਨਸ਼ਾਅੱਲਾ ਤਾਲਾ ਸੋਚਿਆ ਕਿ ਯਾਰ ਕਮ ਸੇ ਕਮ ਅਸੀਂ ਤੇ ਉਸ ਚੱਕੀ ਦੇ ਵਿੱਚ ਨਹੀਂ ਪੇਸ ਰਹੇ, ਜਿਸ ਚੱਕੀ ਥਾਈਲੈਂਡ ਤੋਂ, ਮਲਾਇਸ਼ੀਆ ਤੋਂ, ਸ੍ਰੀਲੰਕਾ ਸਾਡੇ ਦੋਸਤ ਭਾਈ ਪੇਸ ਰਹੇ ਨੇ। ਅਗਰ ਉਹਨਾਂ ਨੂੰ ਕੋਈ ਮਸਾਇਲ ਨੇ, ਕੋਈ ਤਕਲੀਫਾਂ ਨੇ, ਉਹ ਕਮ ਸੇ ਕਮ ਸਾਡੇ ਚੈਨਲ ਤੇ ਆ ਕੇ ਉਹ ਆਪਣਾ ਇਜ਼ਹਾਰ ਕਰਨ, ਤੇ ਕੋਈ ਨਾ ਕੋਈ ਇਹਦਾ ਨਾਲ ਸੱਦੇਬਾਬ ਵੀ ਨਿਕਲ ਹੀ ਆਉਂਦਾ ਹੈ। ਅੱਜ ਹੁਣ ਸੁਬਾਹ ਮੇਰੇ ਇੱਕ ਦੋਸਤ ਨਾਲ ਜਦੋਂ ਇਹ ਵੀਡੀਓ ਅਪਲੋਡ ਕੀਤੀ ਹੈ, ਤੇ ਉਹਦੇ ਬਾਅਦ ਇੱਕ ਦੋਸਤ ਸੀ, ਉਹਨਾਂ ਦੇ ਨਾਲ ਬਕਾਇਦਾ ਮੇਰਾ ਰਾਬਤਾ ਹੋਇਆ, ਤੇ ਉਹ ਦੱਸਦੇ ਸੀ ਕਿ ਉਹ ਕੋਈ ਐਸੀਆਂ ਤਨਜ਼ੀਮਾਂ ਨਾਲ ਕੰਮ ਕਰਦੇ ਨੇ ਜਿਹੜੇ ਚੈਰਿਟੀ ਵਗੈਰਾ ਦਾ ਕੰਮ ਕਰਦੇ ਨੇ ਨਾ, ਤੇ ਜਿਨ੍ਹਾਂ ਨੂੰ ਅਗਰ ਕੋਈ ਮਰੀਜ਼ ਹੋਏ ਕਿਸ ਦਾ, ਜਾਂ ਕੋਈ ਹੋਰ ਤਕਲੀਫ ਹੋਏ, ਜਾਂ ਲਾਕਡਾਊਨ ਦੇ ਵਿੱਚ ਉਹ ਦੱਸਦੇ ਸੀ ਕਿ ਅਸੀਂ ਉਹ ਘਰ 'ਚ ਰਾਸ਼ਨ ਦਿੰਦੇ ਰਹੇ ਹੈਗੇ ਨਾ, ਇੱਕ ਤਨਜ਼ੀਮ ਦੇ ਤਹਿਤ ਜਿਹੜਾ ਗਿਆ। ਤੇ ਉਹ ਕਹਿ ਰਹੇ ਸੀ ਕਿ ਸਾਡੇ ਨਾਲ ਵੀ ਕੋਈ ਦੋਸਤ ਐਸੇ ਹੋਣ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੋਏ, ਤੁਸੀਂ ਉਹ ਸਾਡੇ ਨਾਲ ਰਾਬਤਾ ਕਰ ਸਕਦੇ, ਜਾਂ ਜਮਾਤੀ ਤੌਰ ਤੇ ਜੈਸਾ ਵੀ ਹੁੰਦਾ ਨਾ। ਉਹ ਕਹਿੰਦੇ ਸੀ ਅਸੀਂ ਸਦਰਾਨ ਨੂੰ ਅਸੀਂ ਪਹੁੰਚਾਉਂਦੇ ਰਹੇ ਹਾਂ, ਤੇ ਉੱਥੋਂ ਕੋਈ ਤਕਸੀਮ ਹੁੰਦਾ ਰਿਹਾ ਸਮਾਨ ਜਿਹੜਾ ਹੈ ਨਾ। ਤੇ ਇਸੇ ਤਰ੍ਹਾਂ ਜੇ ਤੁਹਾਡੇ ਐਂ ਦੇ ਵੀ ਕੋਈ ਮਸਾਇਲ ਨੇ, ਜੈਸੇ ਮੈਡੀਕਲ ਦੇ ਇਸ਼ੂ ਨਾਲ ਤੁਹਾਡੇ ਘਰ 'ਚ 2 ਹਾਦਸੇ ਹੋਏ ਨੇ, ਇੱਕ ਤੇ ਹੁਣ ਤਾਜ਼ਾ ਤਰੀਨ ਹੋਇਆ, ਤੇ ਇੱਕ 5-6 ਮਹੀਨੇ ਪਹਿਲੇ। ਤੇ ਮੇਰੀ ਇਹੋ ਹੀ ਦਰਖਾਸਤ ਹੈ ਕਿ ਉਹਨਾਂ ਤਨਜ਼ੀਮਾਂ ਨੂੰ ਕਿ ਅਗਰ ਉਹਨਾਂ ਕੋਲੋਂ ਵੀਡੀਓ ਪਹੁੰਚੇ, ਜਾਂ ਉਹਨਾਂ ਦੇ ਕਿਸੇ ਦੋਸਤ ਚਾਹਣ ਵਾਲੇ ਨੂੰ ਪਹੁੰਚੇ ਨਾ, ਤੇ ਜ਼ਰੂਰ ਉਹਨਾਂ ਨੂੰ ਸ਼ੇਅਰ ਕਰਨ, ਤੇ ਉਹਨਾਂ ਨੂੰ ਦੱਸਣ ਕਿ ਸਾਡੇ ਮਸਾਇਲ ਨੇ ਇੱਥੇ ਮਲਾਇਸ਼ੀਆ 'ਚ, ਪਲੀਜ਼ ਇਹਨਾਂ ਦਾ ਹੱਲ ਕੀਤਾ ਜਾਏ। ਮਸਾਇਲ ਤੇ ਮੈਡੀਕਲ ਨਾਲੋਂ ਮੇਰੀ ਬੇਗਮ ਨੂੰ ਵੀ ਨੇ, ਮੇਰੀ ਛੋਟੀ ਬੇਟੀ ਉਹਨੂੰ ਵੀ ਨੇ, ਲੇਕਿਨ ਅਸੀਂ ਦੋਨੋਂ ਫੈਮਲੀਆਂ ਇੰਨੀਆਂ ਕੋ ਖੌਫਜ਼ਦਾ ਹੋ ਚੁੱਕੀਆਂ ਵਾ ਕਿ ਸਾਡਾ ਕਿਸੇ ਕਲੀਨਿਕ ਤੇ, ਹਸਪੀਟਲ ਤੇ ਬੜੀ ਦੂਰ ਦੀ ਗੱਲ ਹੈ, ਸਾਡਾ ਕਲੀਨਿਕ ਤੇ ਜਾਣ ਤੇ ਦਿਲ ਨਹੀਂ ਕਰਦਾ ਕਿ ਜਿਹੜੇ 5 ਮਾਹ 'ਚ ਸਾਡੇ ਨਾਲ ਹਾਦਸਾ ਹੋ ਗਿਆ। 2 ਹਾਦਸੇ ਹੋਣ ਘਰ 'ਚ, ਫੈਮਿਲੀ 'ਚ। ਹਾਂਜੀ, ਅਸੀਂ ਉਹ ਲਫ਼ਾਜ਼ਾਂ ਨਾਲ ਨਹੀਂ ਬਿਆਨ ਕਰ ਸਕਦੇ ਕਿ ਅਸੀਂ ਕੀ ਹੁਣ ਕਿਸੇ ਨੂੰ ਦੱਸੀਏ ਕਿ ਅਸੀਂ ਇੱਕ ਹਿਸਾਬ ਦੇ ਜੀਂਦੇ ਪੁਤਲੇ ਆ। ਐਸੇ ਤਰ੍ਹਾਂ ਹੀ ਅੱਲਾਹ ਤਾਲਾ ਯਾਰ ਤੁਹਾਨੂੰ ਸਬਰ ਜਮੀਲ ਅਤਾ ਫਰਮਾਏ, ਤੇ ਬੱਚੇ ਦੀ ਵਾਲਦਾ ਨੂੰ ਵੀ, ਤੇ ਬਾਕੀ ਭੈਣ ਭਰਾਵਾਂ ਨੂੰ, ਸਭ ਨੂੰ। ਤੇ ਹੁਣ ਜੋ ਹਾਦਸਾ ਹੋ ਗਿਆ ਉਹਦਾ ਕੋਈ ਉਹ ਮਤਬਾਦਲ ਤੇ ਨਹੀਂ, ਜਾਂ ਕੋਈ ਉਹਦਾ ਹਾਲ ਤੇ ਨਹੀਂ ਹੋ ਸਕਦਾ, ਮਗਰ ਇਹੀ ਹੈ ਅੱਗੇ ਤੋਂ ਇhtiyat ਕੀਤੀ ਜਾਏ, ਤੇ ਕੋਈ ਨਾ ਕੋਈ ਐਸੇ ਤਰ੍ਹਾਂ ਜਿਹੜੀਆਂ ਸੋਸ਼ਲ ਟੀਮਾਂ ਨੇ ਉਹਨਾਂ ਨੂੰ ਵੀ ਮੁਤਹਰਕ ਹੋਣਾ ਚਾਹੀਦਾ ਹੈ। ਐਂ ਦੇ ਕੇਸਿਸ ਹੋਣ ਤੇ ਉਹ ਕਮ ਸੇ ਕਮ ਉਹ ਟਾਈਮ ਕੱਢ ਕੇ ਥੋੜਾ ਬਹੁਤਾ ਟਾਈਮ ਦੇਣ, ਲੋਕਲ ਜਿਹੜੇ ਉੱਥੇ ਹੁਣ ਓਵਰਸੀਅਰ ਪਾਕਿਸਤਾਨੀ ਬੈਠੇ ਨੇ, ਕਿ ਉਹਨਾਂ ਲਈ ਕੋਈ ਥੋੜਾ ਬਹੁਤਾ ਟਾਈਮ ਕੱਢਣ, ਤੇ ਉਹਨਾਂ ਦੇ ਕੋਈ ਮਰੀਜ਼ ਹੈਗੇ ਤੇ ਉਹਨਾਂ ਦੀ ਕਮ ਸੇ ਕਮ ਹਸਪਤਾਲ 'ਚ ਨਜ਼ਰ ਰੱਖੀ ਜਾਏ ਉਹਨਾਂ ਦੇ ਉੱਤੇ, ਕਿ ਉਹਨਾਂ ਦੇ ਮਰੀਜ਼ਾਂ ਨੂੰ, ਅਗਰ ਜੈਸਾ ਤੁਹਾਡੇ ਨਾਲ ਵਾਕਿਆ ਹੋਇਆ, ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਕਿ ਮਰੀਜ਼ ਨੂੰ ਦਾਖਲ ਕੀਤਾ, ਅਗਲੇ ਦਿਨ ਉਹਦੀ ਡੈਥ ਹੋ ਗਈ, ਫਿਰ ਕਈ ਦਿਨ ਡੈਥ ਛੁਪਾਉਂਦੇ ਰਹੇ, ਇਹੀ ਤਸੱਲੀ ਦਿੰਦੇ ਰਹੇ ਮਰੀਜ਼ ਸੀਰੀਅਸ ਹੈ, ਤਬੀਅਤ ਠੀਕ ਹੈ, ਨਹੀਂ ਠੀਕ, ਤੇ 15-20 ਦਿਨ ਬਾਅਦ ਕਹਿਣਾ ਸ਼ੁਰੂ ਕਰਤਾ ਜੀ ਮਰੀਜ਼ ਇੱਥੇ ਐਸਾ ਹੁੰਦਾ ਕੋਈ ਆਇਆ ਨਹੀਂ ਹੈਗਾ, ਤੇ ਆਏ ਨਹੀਂ। ਤੇ
ਉਹ ਜੇ ਅਗਰ ਕੋਈ ਤਨਜ਼ੀਮਾਂ ਇਹੋ ਜਿਹੀ ਆਵਾਜ਼ ਨੂੰ ਉਠਾਉਣਗੀਆਂ ਤੇ ਫਿਰ ਕਮ ਆਇੰਦਾ ਆਉਣ ਵਾਲੇ ਦਿਨਾਂ 'ਚ ਐਸਾ ਕੋਈ ਕੰਮ ਨਹੀਂ ਹੋਏਗਾ ਤੇ ਇਹ 'ਚ ਕੋਈ ਇhtiyat ਵਰਤੀ ਜਾ ਸਕਦੀ ਹੈ ਨਾ। ਜੀ ਠੀਕ। ਅਗਰ ਤੁਸੀਂ ਮੁਨਾਸਬ ਸਮਝੋ ਤੇ ਮੈਂ ਵੱਡੇ ਭਾਈ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ, ਉਹਨਾਂ ਦੀ ਡੈਥ ਹੋਈ ਦੀ ਵੀ ਤੇ ਦੂਸਰੀ ਨਹੀਂ ਅਸੀਂ ਪਤਾ ਕਿ ਸੋਸ਼ਲ ਮੀਡੀਆ ਤੇ ਨਾ ਉਹ ਦਰਅਸਲ ਡੈਥ ਹੋਈ ਅਸੀਂ ਤਸਵੀਰ ਜਿਹੜੀ ਨਾ ਉਹ ਦਿਖਾ ਨਹੀਂ ਸਕਦੇ ਹਨਾ, ਤੇ ਕਈ ਦਫਾ ਹਾਂ ਤੇ ਅਸੀਂ ਐਸਾ ਕਰਨਾ ਉਹਨਾਂ ਦੀ ਵੈਸੇ ਉਹਨਾਂ ਦੀ ਤਸਵੀਰਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਅਸੀਂ ਉਹ ਹਾਂ ਤੇ ਇਸੇ ਤਰ੍ਹਾਂ ਮੇਰਾ ਇੱਕ ਹੋਰ ਵੀ ਪੈਗਾਮ ਹੈ ਕਿ ਸਾਡੇ ਹੋਰ ਵੀ ਕਿਸੇ ਭੈਣ ਨੂੰ ਭਰਾ ਨੂੰ ਕੋਈ ਘਰੇਲੂ ਮਸਾਇਲ ਹੋਣ, ਵੈਸੇ ਮਸਾਇਲ ਹੋਣ, ਕੋਈ ਵੀਡੀਓ ਬਣਾ ਕੇ ਅਪਲੋਡ ਕਰਨਾ ਚਾਹਣ ਸਾਡੇ ਚੈਨਲ ਦੇ ਥਰੂ ਆਪਣੀ ਆਵਾਜ਼ ਉਠਾਉਣਾ ਚਾਹਣ ਤੇ ਅਸੀਂ ਉਹਨਾਂ ਲਈ ਤਿਆਰ ਹੈਗੇ, ਚਾਹੇ ਕੋਈ ਮਲੇਸ਼ੀਆ 'ਚ श्रीलंका च थाईलैंड च पाकिस्तान इंडिया किते भी है ना, असी इंशाल्लाह तआला ओदी असी आवाज़ उठावांगे। ते जैसा इन्हां दी हुण तकलीफ दा मसला सी ते इंतहाई दर्द दे विचों फैमिली गुजर रही तकलीफ दे विचों, ते इन्हां ने राती मैनूं यकीन करो कि पहले ਜਿਹੜੀ ਕੱਲ ਵੀਡੀਓ ਮੈਂ ਅਪਲੋਡ ਕੀਤੀ ਰਾਤੀ 2:30 ਵਜੇ ਉਹਨਾਂ ਦਾ ਫੋਨ ਆਇਆ ਤੇ ਮੇਰੇ ਕੋਲੋਂ ਫੋਨ ਬੰਦ ਹੀ ਨਹੀਂ ਹੋਇਆ। ਮੈਂ ਕਿਹਾ ਕਿ ਨਹੀਂ ਅਸੀਂ ਹੁਣੇ ਫੌਰੀ ਤੌਰ ਤੇ ਉਹਨੂੰ ਉਹ ਵੀਡੀਓ ਬਣਾਈ ਉਹਦੀ ਜੋ ਵੀ ਸੂਰਤ ਹਾਲ ਉਹਨਾਂ ਦਾ ਇੰਟਰਵਿਊ ਲਿਆ ਤੇ ਉਸੇ ਵੇਲੇ ਮੈਂ ਅਪਲੋਡ ਕਰਤਾ ਗਿਆ। ਤੇ ਸਾਡੀ ਕੋਸ਼ਿਸ਼ ਤੇ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਨੂੰ ਸੁਸਤੀ ਨਾ ਵਿਖਾਈਏ, ਫਿਰ ਵੀ ਅਗਰ ਸੁਸਤੀ ਹੋ ਜਾਏ ਤੇ ਅਸੀਂ ਮਾਜ਼ਰਤ ਚਾਹੁੰਦੇ ਪੇਸ਼ ਕੀ। ਤੇ ਦੋਸਤਾਂ ਨੂੰ ਤੇ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਗਿਆ ਤੇ ਆਪਣੇ ਹਲ ਜੀ ਵੀਡੀਓ ਤੁਸੀਂ ਖੁਦ ਚੜਾਓਗੇ ਕਿ ਐਸਾ ਕੋਈ ਵੀਡੀਓ ਬਣਾ ਕੇ ਤੁਹਾਨੂੰ ਭੇਜਣੀ ਹੈ? ਨਹੀਂ ਮੈਂ ਇਹ ਤੇ ਵੀਡੀਓ ਹੁਣ ਬਣ ਗਈ ਹੈ, ਜੋ ਤੁਹਾਡੇ ਨਾਲ ਪ੍ਰੋਗਰਾਮ ਹੁਣ ਮੈਂ ਕਰ ਰਿਹਾ ਮੈਂ ਇਸ ਟਾਈਮ ਸਟੂਡੀਓ 'ਚੋਂ ਇਹ ਵੀਡੀਓ ਬਣ ਗਈ ਹੈ, ਇਹ ਮੈਂ ਅਪਲੋਡ ਕਰ ਦਾਂਗਾ। ਇਸ ਤੋਂ ਇਲਾਵਾ ਅਗਰ ਕੋਈ ਤੁਹਾਡਾ ਕੋਈ ਮਸਲਾ ਮਸਾਇਲ ਹੋਏ, ਤੁਸੀਂ ਆਪਣੇ ਕੋਈ ਦਿਲ ਦੀ ਆਵਾਜ਼ ਜਿਹੜੀ ਹੋਏ ਨਾ ਤੇ ਉਹ ਤੁਸੀਂ ਬੱਚਿਆਂ ਨੂੰ ਦੇਖੋ ਕੋਈ ਐਸਾ ਇਮਾਨ ਅਫਰੋਜ਼ ਵਾਕਿਆ ਹੁੰਦਾ ਬੱਚਿਆਂ ਲਈ ਹੈ ਨਾ, ਉਹ ਤੁਸੀਂ ਸਾਨੂੰ ਭਰ ਕੇ ਭੇਜ ਸਕਦੇ ਹੋ। ਕੋਈ ਅਸਲਾਈ ਜਿਹੜੇ ਦੇਖੋ ਕੋਈ ਕਹਾਣੀ ਹੈ ਉਹ ਤੁਸੀਂ ਭਰ ਕੇ ਭੇਜ ਸਕਦੇ ਹੋ ਵੀਡੀਓ ਬਣਾ ਕੇ, ਠੀਕ ਹੈ। ਬਾਕੀ ਅਸੀਂ ਉਹਨੂੰ ਆਪਦੀ ਐਡਿਟ ਵਗੈਰਾ ਕਰਵਾ ਕੇ ਸਭ ਕੁਝ ਜਿਹੜਾ ਤੇ ਉਹ ਅਸੀਂ ਆਪਣੇ ਚੈਨਲ ਤੇ ਲੋਡ ਕਰ ਸਕਦੇ ਹਾਂ। ਜਾਂ ਕੋਈ ਵੀ ਹੁੰਦਾ ਕਿ ਔਰਤਾਂ ਦੇ ਮਸਾਇਲ ਹੁੰਦੇ ਨੇ, ਮਰਦਾਂ ਦੇ ਮਸਾਇਲ, ਘਰੇਲੂ ਮਸਾਇਲ ਹੁੰਦੇ ਨੇ ਕਈ ਦਫਾ, ਉਹਦੇ 'ਚ ਅੱਛੀ ਗੁਫ਼ਤਗੂ ਅਗਰ ਹੋਏਗੀ ਤੇ ਅਸੀਂ ਇੰਸ਼ਾਅੱਲਾ ਤਾਲਾ ਉਹ ਵੀ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਨਾ। ਜ਼ਰੂਰ ਸ਼ੇਅਰ ਕਰਾਂਗੇ ਇੰਸ਼ਾਅੱਲਾ ਤੁਹਾਡੇ ਨਾਲ, ਜ਼ਰੂਰ ਇੰਸ਼ਾਅੱਲਾ ਤਾਲਾ। ਦਿਲ ਦੀ ਆਵਾਜ਼ ਇਹ ਹੈ ਕਿ ਇੱਥੇ ਕਿਸੇ ਦੁਸ਼ਮਣ ਦੇ ਨਾਲ ਵੀ ਇਸ ਤਰ੍ਹਾਂ ਨਾ ਹੋਏ ਜੋ ਸਾਡੇ ਨਾਲ ਹੋ ਜੋ ਚੁੱਕਿਆ। ਤੁਹਾਡੇ ਨਾਲ ਹੋ ਚੁੱਕਿਆ, ਬਿਲਕੁਲ ਸਹੀ ਤੁਸੀਂ ਫਰਮਾਇਆ ਜੀ। ਬਿਲਕੁਲ ਸਹੀ। ਅਸੀਂ ਮਜ਼ੀਦ ਇਸ ਟਾਈਮ ਦੋਨੋਂ ਫੈਮਲੀਆਂ ਬਹੁਤ ਪਰੇਸ਼ਾਨ ਹੈ ਜ਼ਹਿਨੀ ਤੌਰ ਤੇ, ਸਹੀ ਤੇ ਮਜ਼ੀਦ ਦੁਆਵਾਂ ਦੀ ਜ਼ਰੂਰਤ ਹੈ। ਦੁਆ ਕਰੋ ਕਿ ਅੱਲਾਹ ਪਾਕ ਸਭ ਵਾਸਤੇ ਸਾਡੇ ਵਾਸਤੇ ਬਿਹਤਰ ਕਰੇ ਜੀ ਆਉਣ ਵਾਲੇ ਵਕਤ 'ਚ इंशाअल्लाह ताला अल्लाह ताला बेहतर करेगा। साड़ी ते आखिरी दुआ है अल्लाह ताला ਤੁਹਾਡਾ ਨਾਲ ਬਿਹਤਰ ਤੋਂ ਬਿਹਤਰ ਸਲੂਕ ਦਾ ਫਰਮਾਏ ਨਾ। ਮਕਸੂਦ ਅਹਿਮਦ ਬਾਜਵਾ ਸਾਹਿਬ ਵੱਡੇ ਭਾਈ ਨੇ, ਉਹਨਾਂ ਨੂੰ ਪੁੱਛ ਲਓ ਕਿ ਉਹ ਕੋਈ ਆਪਣਾ ਪੈਗਾਮ ਦੇਣਾ ਚਾਹੁੰਦੇ ਨੇ ਤੇ ਚਲੋ ਸਹੀ, ਠੀਕ ਹੈ ਠੀਕ ਹੈ ਓਕੇ ਜੀ, ਜਜ਼ਾਕल्लाह, ਬਹੁਤ ਸ਼ੁਕਰੀਆ ਜੀ। ਬਾਜਵਾ ਸਾਹਿਬ ਤੁਸੀਂ ਮਜ਼ੀਦ ਕਹਿਣਾ ਚਾਹੁੰਦੇ ਹੋ? नहीं जी कह देता है और जी करना बस यही दुआ शुआ कर अल्लाह ताला अल्लाह ताला करे जी, अल्लाह ताला अपना रहम करे थे जेड़े हालात होए पे ने, अल्लाह ताला जी लोकां ते अपना फजल कर दे जी, अपना करम करे रहम करे। आमीन आमीन आमीन। चलो बहुत शुक्रिया महसूस, ਤੁਸੀਂ ਵੀ ਆਪਣਾ ਟਾਈਮ ਦਿੱਤਾ ਕੀਮਤੀ, ਠੀਕ ਹੈ ਜੀ ਤੇ ਜਜ਼ਾਕल्लाह। ਤੇ ਸਾਡੀ तमाम ਦੋਸਤਾਂ ਨੂੰ ਦਰਖਾਸਤ ਹੈ ਕਿ ਅਗਰ ਜਿਹੜੇ ਸਾਡਾ ਚੈਨਲ ਦੇਖਦੇ ਨੇ, ਖਾਸ ਕਰਕੇ ਸਾਡੇ ਮਲਾਈਸ਼ੀਆ ਦੇ ਭਰਾ ਬਹੁਤ ਅੱਛਾ ਤਾਵਨ ਕਰਦੇ ਪਏ ਸਾਡੇ ਨਾਲ, ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਤਾਂ ਕਿ ਹਰ ਆਇੰਦਾ ਆਉਣ ਵਾਲੀ ਵੀਡੀਓ ਵੀ ਉਹਨਾਂ ਨੂੰ ਮਿਲ ਜੇ। ਤੇ ਐਸੇ ਤਰ੍ਹਾਂ ਉਹ ਕੋਈ ਵੀ ਉਹਨਾਂ ਦੇ ਨਾਲ ਕੋਈ ਐਸਾ ਵੈਸਾ ਕੋਈ ਵਾਕਿਆ ਪੇਸ਼ ਆਇਆ ਵੇ ਤੇ ਜੈਸਾ ਕੋਈ ਵੀ ਦਰਦਨਾਕ ਵਾਕਿਆ ਜਾਂ ਕੋਈ ਅੱਛਾ ਵਾਕਿਆ ਵੀ ਹੈ ਤੇ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਤਾਂ ਕਿ ਤੁਹਾਡੀ ਅਸੀਂ ਆਵਾਜ਼ ਦੁਨੀਆ ਦੇ ਕਿਨਾਰਿਆਂ ਤੱਕ ਪਹੁੰਚਾਈਏ ਆਪਣੇ ਚੈਨਲ ਦੇ ਥਰੂ। ਜਜ਼ਾਕल्लाह, अस्सलाम वालेकुम।